ਵੈਲਨੈਸ ਵਾਈਬਸ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਫਿਰ ਤੋਂ ਸਵਾਗਤ। ਵੈਲਨੈਸ ਵਾਈਬਸ ਦੇ ਇਸ ਐਪੀਸੋਡ ਵਿੱਚ ਅਸੀਂ ਗੱਲਬਾਤ ਕਰਾਂਗੇ ਡਰ ਦੇ ਬਾਰੇ, ਫੀਅਰ ਦੇ ਬਾਰੇ। ਤੁਸੀਂ ਮੈਨੂੰ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ, ਮੇਰਾ ਨਾਮ ਹੈ ਸ਼ੈਲੀ ਕੌਰ, ਜਾਂ ਤੁਸੀਂ ਮੈਨੂੰ YouTube ਤੇ ਵੀ ਫੋਲੋ ਕਰ ਸਕਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਮੇਰਾ ਪ੍ਰੋਗਰਾਮ ਸ਼ੋ ਮਲਟੀਕਲਚਰਲ ਚੈਨਲ ਤੇ ਹਰ ਥਰਸਡੇ ਤੇ ਹਰ ਸੈਟਰਡੇ ਨੂੰ, ਹਰ ਵੀਰਵਾਰ ਤੇ ਹਰ ਸ਼ਨੀਵਾਰ ਨੂੰ ਆਉਂਦਾ ਹੈ ਤੇ ਇਹਦੀ ਰਿਕਾਰਡਿੰਗ ਫਿਰ ਮੈਂ YouTube ਤੇ ਵੀ ਪਾ ਦਿੰਦੀ ਹਾਂ, ਤੁਸੀਂ ਉੱਥੇ ਵੀ ਮੈਨੂੰ ਦੇਖ ਸਕਦੇ ਹੋ। ਅੱਜ ਅਸੀਂ ਇੱਕ ਨਜ਼ਰ ਮਾਰਨ ਵਾਲੇ ਹਾਂ ਡਰ ਵਾਲੀ ਫੀਲਿੰਗ ਤੇ ਡਰ ਵਾਲੀ ਇਮੋਸ਼ਨ ਤੇ ਇਹ ਕੀ ਹੈ ਤੇ ਸਾਨੂੰ ਡਰ ਕਿਉਂ ਲੱਗਦਾ ਹੈ। ਡਰ ਇੱਕ ਬਹੁਤ ਹੀ ਸੁਭਾਵਿਕ, ਇੱਕ ਨੈਚੁਰਲ ਜੀ ਫੀਲਿੰਗ ਹੈ ਵਿਚ ਇਜ਼ ਦੀ ਆਪੋਜ਼ਿਟ ਆਫ ਲਵ, ਤੇ ਇੱਕ ਕੰਪੈਸ਼ਨ ਲਵ ਤੋਂ ਹਟ ਕੇ ਦੂਸਰੀ ਵਾਲੀ ਫੀਲਿੰਗ ਤੇ ਆ ਜਾਂਦੀ ਹੈ, ਸਪੈਕਟਰਮ ਦੀ ਦੂਸਰੀ ਸਾਈਡ ਤੇ। ਪਰ ਡਰ ਹੋਣਾ ਜ਼ਰੂਰੀ ਵੀ ਹੈਗਾ, ਲੇਕਿਨ ਡਰ ਅਸੀਂ ਕਿੰਨਾ ਕੁ ਆਪਣੇ ਅੰਦਰ ਰੱਖ ਸਕਦੇ ਹਾਂ, ਕਿੰਨਾ ਕੁ ਸਾਨੂੰ ਬੈਲੈਂਸ ਲੱਭਣਾ ਚਾਹੀਦਾ ਹੈ ਡਰ ਦੇ ਉੱਪਰ, ਇਹ ਸੋਚਣ ਵਾਲੀ ਗੱਲ ਬਣ ਜਾਂਦੀ ਹੈ। ਹੁਣ ਡਰ ਜਿਹੜੀ ਭਾਵਨਾ ਹੈਗੀ ਹੈ, ਇੱਕ ਐਸੀ ਭਾਵਨਾ ਹੈਗੀ ਹੈ ਜਿਹੜੀ ਅਸੀਂ ਆਪਣੇ ਅੰਦਰ ਇੱਕ ਵਾਈਬ੍ਰੇਸ਼ਨ, ਇੱਕ ਸੋਚ ਤੋਂ ਅਸੀਂ ਸ਼ੁਰੂ ਕਰਨੇ ਆ ਤੇ ਉਸ ਸੋਚ ਨੂੰ ਅਸੀਂ ਫਿਰ ਕਿੰਨਾ ਐਨਰਜੀ ਫੀਡ ਕਰਨੇ ਆ, ਕਿੰਨੀ ਅਸੀਂ ਉਹਦੇ ਉੱਪਰ ਫੋਕਸ ਰੱਖਨੇ ਆ, ਤੇ ਜਿੰਨਾ ਜ਼ਿਆਦਾ ਅਸੀਂ ਫੋਕਸ ਕਰਨੇ ਆ ਉਹ ਡਰ ਵਾਲੀ ਫੀਲਿੰਗ ਉਨੀ ਹੀ ਜ਼ਿਆਦਾ ਵੱਡੀ ਹੋ ਜਾਂਦੀ ਹੈ। ਤੇ ਕਦੀ ਕਦੀ ਇਹ ਐਸੀ ਫੀਲਿੰਗ ਹੁੰਦੀ ਹੈ ਜਿਹੜੀ ਕਿ ਸਾਨੂੰ ਇੰਨੀ ਜ਼ਿਆਦਾ ਹੱਦ ਤੱਕ ਮਹਿਸੂਸ ਹੁੰਦੀ ਹੈ ਕਿ ਸਾਡੀ ਬਾਡੀ ਦੇ ਅੰਦਰ, ਸਾਡੀ ਸਰੀਰ ਦੇ ਅੰਦਰ ਫਿਜ਼ੀਓਲੋਜੀਕਲ ਚੇਂਜਸ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤੇ ਜਦੋਂ ਉਹ ਚੇਂਜਸ ਆਉਂਦੀਆਂ, ਜੇ ਅਸੀਂ ਉਹਨਾਂ ਨੂੰ ਵਕਤ ਰਹਿੰਦੇ ਨਾ ਸੰਭਾਲੀਏ ਤੇ ਫਿਰ ਉਹ ਚੇਂਜਸ ਸਾਡੀ ਸੁਭਾਅ ਬਣ ਜਾਂਦੀ ਹੈ, ਸਾਡੀ ਨੇਚਰ ਬਣ ਜਾਂਦੀ ਹੈ। ਫਿਰ ਜਦੋਂ ਅਸੀਂ ਜੋ ਵੀ ਚੀਜ਼, ਕੋਈ ਵੀ ਡਿਸੀਸ਼ਨ, ਕੋਈ ਵੀ ਫੈਸਲਾ ਜ਼ਿੰਦਗੀ ਦਾ ਲੈਂਦੇ ਹਾਂ ਤੇ ਅਸੀਂ ਫਿਰ ਡਰ ਦੀ ਫੀਲਿੰਗ ਦੇ ਬੇਸਡ ਉੱਪਰ ਲੈਂਦੇ ਹਾਂ। ਹੁਣ ਗੱਲ ਕਰੀਏ ਡਰ ਕਿੰਨੇ ਹੀ ਕਿਸਮ ਦੇ ਹੁੰਦੇ ਨੇ, ਬਹੁਤ ਕਿਸਮ ਦੇ ਡਰ ਹੁੰਦੇ ਹੈ। ਕਈ ਲੋਕ ਅੱਗ ਤੋਂ ਡਰਦੇ ਨੇ, ਕਈ ਲੋਕ ਪਾਣੀ ਤੋਂ ਡਰਦੇ ਨੇ, ਕਈ ਆਪਣੇ ਪਾਰਟਨਰਸ ਤੋਂ ਡਰਦੇ ਨੇ, ਕਈ ਬੱਚਿਆਂ ਕੋਲੋਂ ਡਰਦੇ ਨੇ ਕਿ ਅਸੀਂ ਬੱਚਿਆਂ ਨੂੰ ਇਹ ਨਾ ਕਹਿ ਦਈਏ ਸਾਡੇ ਬੱਚੇ ਨਾਰਾਜ਼ ਨਾ ਹੋ ਜਾਣ, ਉਹਨਾਂ ਦੀ ਨਾਰਾਜ਼ਗੀ ਤੋਂ ਡਰਦੇ ਨੇ। ਤੇ ਕਈ ਬੱਚੇ ਆਪਣੇ ਮਾਂ-ਪਿਓ ਤੋਂ ਡਰਦੇ ਨੇ। ਕਦੀ ਅਸੀਂ ਆਪਣੇ ਮਾਂ-ਬਾਪ ਕੋਲੋਂ ਪਿਆਰ ਲੈਣ ਵਾਸਤੇ ਉਹਨਾਂ ਕੋਲੋਂ ਡਰ ਕੇ ਗੱਲ ਕਰਨੇ ਆ। ਕਦੀ ਅਸੀਂ ਆਪਣੇ ਆਫਿਸ ਦੇ ਵਿੱਚ ਆਪਣੇ ਕੋਵਰਕਰਸ ਕੋਲੋਂ ਡਰਨੇ ਆ ਤੇ ਕਦੀ ਅਸੀਂ ਆਪਣੇ ਬੌਸਿਸ ਕੋਲੋਂ ਡਰਨੇ ਆ, ਕਦੀ ਅਸੀਂ ਆਪਣੇ ਆਪ ਕੋਲੋਂ ਵੀ ਡਰਨੇ ਆ ਤੇ ਕਦੀ ਜ਼ਿੰਦਗੀ ਕੋਲੋਂ ਹੀ ਡਰਨਾ ਸ਼ੁਰੂ ਕਰ ਦਿੰਦੇ ਆ। ਇਸ ਡਰ ਨੂੰ ਅਸੀਂ ਕਿੰਨਾ ਅਬਜ਼ੌਰਬ ਕਰਨਾ ਹੈ, ਕਿਸ ਤਰੀਕੇ ਨਾਲ ਡੀਲ ਕਰਨਾ ਹੈ ਤੇ ਕਿੰਨਾ ਇੰਪੈਕਟ ਹੋ ਜਾਂਦਾ ਸਾਡਾ ਡਰ ਦਾ ਸਾਡੀ ਜ਼ਿੰਦਗੀ ਦੇ ਵਿੱਚ, ਇਹ ਸੋਚਣ ਵਾਲੀ ਗੱਲ ਬਣ ਜਾਂਦੀ ਹੈ। ਹੁਣ ਅਸੀਂ ਡਰ ਦੀ ਜਿਹੜੀ ਇੰਪੈਕਟ ਹੁੰਦਾ ਸਾਡੀ ਬਾਡੀ ਦੇ ਉੱਪਰ ਵੀ ਉਨਾ ਹੀ ਹੁੰਦਾ ਜਿੰਨਾ ਸਾਡੇ ਇਮੋਸ਼ਨਸ ਦੇ ਉੱਪਰ ਹੁੰਦਾ। ਸਾਈਕੋਲੋਜੀਕਲੀ ਤੇ ਇੰਪੈਕਟ ਹੁੰਦਾ ਹੀ ਹੁੰਦਾ, ਫਿਜ਼ੀਓਲੋਜੀਕਲੀ ਵੀ ਇੰਪੈਕਟ ਹੁੰਦਾ। ਜਦੋਂ ਅਸੀਂ ਸਾਈਕੋਲੋਜੀਕਲੀ ਇਸ ਡਰ ਨੂੰ ਮਹਿਸੂਸ ਕਰਨੇ ਆ ਤੇ ਅਸੀਂ ਉਸਦੀ ਇਸ ਇਮੋਸ਼ਨ ਨੂੰ ਪਹਿਚਾਨ ਨਹੀਂ ਪਾਉਂਦੇ ਤੇ ਉਦੋਂ ਫਿਰ ਇਹ ਇਮੋਸ਼ਨ ਬਹੁਤ ਖਤਰਨਾਕ ਹੋ ਜਾਂਦੀ ਹੈ ਸਾਡੇ ਵਾਸਤੇ। ਫਿਜ਼ੀਓਲੋਜੀਕਲੀ ਇਹਦਾ ਕੀ ਇਫੈਕਟ ਪੈਂਦਾ ਸਾਡੇ ਉੱਪਰ? ਫੋਰ ਐਗਜ਼ਾਮਪਲ ਲੈਟਸ ਸੇ ਕਿ ਕਿਸੇ ਨੂੰ ਡਰ ਲੱਗਦਾ ਹਾਈਟਸ ਦਾ, ਕਿਸੇ ਨੂੰ ਕਿ ਉਚਾਈ ਤੇ ਜਾਣ ਤੇ ਡਰ ਲੱਗਦਾ, ਕਿਸੇ ਨੂੰ ਪਾਣੀ ਦੀ ਗਹਿਰਾਈ ਤੋਂ ਡਰ ਲੱਗਦਾ। ਜਦੋਂ ਅਸੀਂ ਐਲੀਵੇਟਰ ਲੈ ਰਹੇ ਜਾਂ 6th ਫਲੋਰ ਤੋਂ ਬਾਅਦ, ਇਹ ਜਸਟ ਇੱਕ ਐਗਜ਼ਾਮਪਲ ਹੈਗਾ, ਤੇ ਜਾਂਦੇ ਹਾਂ 6th ਫਲੋਰ ਤੋਂ ਬਾਅਦ ਤੇ ਉਸ ਇਨਸਾਨ ਨੂੰ ਡਰ ਲੱਗਦਾ ਹਾਈਟਸ ਤੋਂ, ਤੇ ਫਿਰ ਉਹਦੇ ਹੱਥਾਂ ਪੈਰਾਂ 'ਚ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ, ਉਹਨੂੰ ਇੱਕ ਚੱਕਰ ਜਿਹੇ ਮਹਿਸੂਸ ਹੋਣ ਲੱਗ ਪੈਂਦੇ ਕਿ ਪਤਾ ਨਹੀਂ ਕੀ ਹੋ ਜਾਏਗਾ। ਇਟਸ ਜਸਟ ਇਮੈਜਿਨਡ ਫੀਅਰ, ਪਰ ਸੋਚ ਹੈ ਉਹਦੀ, ਪਰ ਉਹਦੇ ਵਾਸਤੇ ਇੰਨਾ ਰੀਅਲ ਡਰ ਹੁੰਦਾ ਕਿ ਉਹਦੀ ਬਾਡੀ ਉਸ ਚੀਜ਼ ਨੂੰ ਰਿਐਕਟ ਕਰ ਰਹੀ ਹੁੰਦੀ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਸਾਡਾ ਦਿਮਾਗ ਹੈ ਨਾ, ਸਾਡਾ ਜਿਹੜਾ ਬ੍ਰੇਨ ਹੈ, ਸਾਡੇ ਬ੍ਰੇਨ ਦੇ ਵਿੱਚ ਜਿਹੜੇ ਨਿਊਰੋ ਪੈਥਵੇਜ਼ ਬਣੇ ਹੋਏ ਨੇ, ਉਹ ਪਰਸੀਵਡ ਫੀਅਰ ਤੇ ਜਿਹੜਾ ਰੀਅਲ ਫੀਅਰ ਹੁੰਦਾ ਉਹਦੇ ਵਿੱਚ ਉਹ ਫਰਕ ਨਹੀਂ ਕਰ ਪਾਉਂਦਾ। ਜਿਹੜੀ ਸਾਡੀ ਇਮੈਜੀਨੇਸ਼ਨ ਹੈ ਤੇ ਰੀਅਲ ਥ੍ਰੈਟ ਹੈ, ਉਹਦੇ ਵਿੱਚ ਉਹਨੂੰ ਡਰ ਨਹੀਂ ਲੱਗਦਾ। ਸਾਡਾ ਬ੍ਰੇਨ ਕਿਉਂਕਿ ਸਾਡਾ ਨੌਕਰ ਹੈ, ਸਾਡਾ ਸਰਵੈਂਟ ਹੈ, ਸਾਡੇ ਵਾਸਤੇ ਬਣਾਇਆ ਗਿਆ, ਸਾਡੀ ਸਰਵਾਈਵਲ ਵਾਸਤੇ ਬਣਾਇਆ ਗਿਆ, ਤੇ ਉਹ ਬ੍ਰੇਨ
ਸਾਡੇ ਇਸ ਡਰ ਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਲੈ ਲੈਂਦਾ, ਇੰਨਾ ਸੀਰੀਅਸਲੀ ਲੈ ਲੈਂਦਾ ਹੈ ਕਿ ਉਹ ਸਾਡੀ ਬਾਡੀ ਨੂੰ ਫਾਈਟ ਤੇ ਫਲਾਈਟ ਵਾਲੇ ਮੋਡ ਵਿੱਚ ਭੇਜ ਦਿੰਦਾ ਕਿ ਅਸੀਂ ਇਹ ਜਿਹੜਾ ਡਰ ਹੈ ਬਹੁਤ ਜ਼ਿਆਦਾ ਸੀਵੀਅਰ ਡਰ ਹੈ, ਬਹੁਤ ਜ਼ਿਆਦਾ ਸੀਰੀਅਸ ਸਿਚੁਏਸ਼ਨ ਹੈ, ਉਹਨੂੰ ਮਲਟੀਪਲਾਈ ਕਰ ਦਿੰਦਾ, ਮਲਟੀ ਟਾਈਮਸ ਉਹਨੂੰ ਮਲਟੀਪਲਾਈ ਕਰਕੇ ਸਾਡੇ ਸਾਹਮਣੇ ਪ੍ਰੈਜ਼ੈਂਟ ਕਰ ਦਿੰਦਾ। ਹੁਣ ਇਸ ਡਰ ਦੇ ਵਿੱਚ ਇਹ ਤਾਂ ਹੋ ਗਿਆ ਇੱਕ ਡਰ ਜਿਹੜਾ ਕਿ ਅਸੀਂ ਪਰਸੀਵ ਕਰ ਰਹੇ ਹਾਂ, ਦੇਖ ਰਹੇ ਹਾਂ, ਸਮਝ ਰਹੇ ਹਾਂ, ਸਾਡੀ ਬਾਡੀ ਦੇ ਵਿੱਚ ਸਾਨੂੰ ਪਤਾ ਚੱਲ ਰਿਹਾ। ਇਹ ਤਾਂ ਡਰ ਸਾਨੂੰ ਅਸੀਂ ਸਾਰਿਆਂ ਦੇ ਨਾਲ ਸ਼ੇਅਰ ਵੀ ਕਰ ਲੈਂਦੇ ਹਾਂ ਕਿ ਇਹ ਡਰ ਉਹ ਡਰ ਹੈ, ਮੈਨੂੰ ਹਾਈਟਸ ਦਾ ਡਰ ਹੈ, ਮੈਨੂੰ ਪਾਣੀ ਦਾ ਡਰ ਹੈ, ਮੈਨੂੰ ਸਨੇਕਸ ਦੇਖ ਕੇ ਡਰ ਲੱਗਦਾ ਜਾਂ ਮੈਨੂੰ ਸਪਾਈਡਰਸ ਦੇਖ ਕੇ ਡਰ ਲੱਗਦਾ। ਕੁਝ ਐਸੇ ਡਰ ਹੁੰਦੇ ਨੇ ਜਿਹੜੇ ਸਿਰਫ ਸਾਨੂੰ ਪਤਾ ਹੁੰਦੇ ਨੇ, ਜਿਹੜੇ ਅਸੀਂ ਕਿਸੇ ਨਾਲ ਸ਼ੇਅਰ ਕਰਨ ਤੋਂ ਵੀ ਪਹਿਲਾਂ ਬਹੁਤ ਜ਼ਿਆਦਾ ਘਬਰਾਉਂਦੇ ਹਾਂ ਕਿ ਉਹ ਲੋਕ ਕੀ ਸੋਚਣਗੇ ਮੇਰੇ ਬਾਰੇ, ਕਿ ਮੈਂ ਕਿੰਨਾ ਡਰਪੋਕ ਹੈਗਾ, ਰਾਈਟ, ਜਾਂ ਮੈਂ ਕਿੰਨੀ ਡਰਪੋਕ ਹੈਗੀ ਹਾਂ। ਡਰ ਹੁੰਦੇ ਇਹਨਾਂ ਦੇ ਵਿੱਚ ਵੀ ਬਹੁਤ ਸਾਰੀ ਕੈਟਾਗਰੀਜ਼ ਨੇ, ਪਰ ਇੱਥੇ ਮੈਂ ਜਨਰਲਾਈਜ਼ ਗੱਲ ਕਰੀ ਹਾਂ ਕਿ ਡਰ ਨੂੰ ਆਈਡੈਂਟੀਫਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਇਮੋਸ਼ਨਸ ਦੇ ਬਾਰੇ ਜਾਗਰੂਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਮੋਸਟ ਆਫ ਦਾ ਟਾਈਮ ਅਸੀਂ ਜ਼ਿੰਦਗੀ ਦੇ ਵਿੱਚ ਇਹਨਾਂ ਇਮੋਸ਼ਨਸ ਨੂੰ ਪਹਿਚਾਨਦੇ ਹੀ ਨਹੀਂ। ਅਤੇ ਹੁਣ ਇਹ ਜਿਹੜਾ ਡਰ ਹੁੰਦਾ ਹੈ, ਫੋਰ ਐਗਜ਼ਾਮਪਲ ਅਸੀਂ ਅਗਰ ਆਪਣੇ ਆਫਿਸ ਵਿੱਚ ਗਏ, ਸਾਡਾ ਉੱਥੇ ਬੌਸ ਹੈ ਜਾਂ ਕੋਈ ਐਸਾ ਇਨਸਾਨ ਹੈ ਜਿਹਨੂੰ ਅਸੀਂ ਪਸੰਦ ਨਹੀਂ ਕਰਦੇ, ਜਾਂ ਕੁਝ ਐਸੀ ਘਟਨਾਵਾਂ ਹੋਈਆਂ ਹੋਣ ਉੱਥੇ ਜਿਹਦੇ ਵਿੱਚ ਉਹ ਇਨਸਾਨ ਇਨਵੋਲਵਡ ਸੀਗੇ, ਅਤੇ ਅਸੀਂ ਅੰਦਰੋਂ ਹੀ ਅੰਦਰ ਇਨਸਿਕਿਉਰਿਟੀ ਫੀਲ ਕਰਨੇ ਆ ਜਾਂ ਘੱਟ ਫੀਲ ਕਰਨੇ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ। ਅਤੇ ਫਿਰ ਸਾਡੇ ਅੰਦਰ ਇੱਕ ਡਰ ਜਿਹਾ ਬੈਠ ਜਾਂਦਾ। ਉਸ ਡਰ ਨੂੰ ਕੀ ਕਰਨੇ ਅਸੀਂ ਉਸ ਡਰ ਨੂੰ ਅੱਗੇ ਵਧਾਉਣ ਵਾਸਤੇ ਜਾਂ ਛੁਪਾਉਣ ਵਾਸਤੇ ਈਗੋ ਦਾ ਬੜਾ ਅਸੀਂ ਹੈਲਪ ਲੈ ਲੈਂਦੇ ਹਾਂ ਕਿ ਅਸੀਂ ਆਪਣੀ ਈਗੋ ਨੂੰ ਵੱਡਾ ਕਰ ਲੈਂਦੇ ਹਾਂ ਅਤੇ ਅਸੀਂ ਉਸ ਡਰ ਨੂੰ ਸਪਰੈਸ ਕਰ ਦਿੰਦੇ ਹਾਂ ਕਿ ਤਾਂ ਕਿ ਲੋਕਾਂ ਨੂੰ ਪਤਾ ਨਾ ਚੱਲੇ ਕਿ ਮੇਰੇ ਅੰਦਰ ਇਸ ਚੀਜ਼ ਦਾ ਡਰ ਹੈ ਕਿ ਮੈਨੂੰ ਘੱਟ ਮਹਿਸੂਸ ਹੁੰਦਾ ਜਾਂ ਮੈਂ ਲੈਸ ਫੀਲ ਕਰਨਾ ਜਾਂ ਕੋਈ ਵੀ ਜੋ ਵੀ ਡਰ ਹੈ, ਅਤੇ ਉਸ ਨੂੰ ਅਸੀਂ ਛੁਪਾ ਦਿੰਦੇ ਹਾਂ, ਸਪਰੈਸ ਕਰ ਦਿੰਦੇ ਹਾਂ, ਅਤੇ ਸਾਡੀ ਈਗੋ ਫਿਰ ਅੱਗੇ ਅਸੀਂ ਰੱਖ ਲੈਂਦੇ ਹਾਂ ਅਤੇ ਉਸ ਈਗੋ ਨੂੰ ਅਸੀਂ ਵੱਡਾ ਕਰਕੇ ਦੁਨੀਆ ਦੇ ਸਾਹਮਣੇ ਇਸ ਤਰੀਕੇ ਨਾਲ ਦਰਸਾਉਂਦੇ ਹਾਂ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਵੱਡਾ ਦਿਖਾਉਂਦੇ ਹਾਂ। ਚਾਹੇ ਉਹ ਗੁੱਸੇ ਦਾ, then we represent ourselves or represent our feelings through anger, ਗੁੱਸੇ ਵਾਲੀ ਫੀਲਿੰਗਸ ਲੈ ਕੇ ਆਉਂਦੇ ਹਾਂ ਜਾਂ ਉੱਚਾ ਬੋਲਦੇ ਹਾਂ ਜਾਂ ਫਿਰ ਆਪਣੀ ਮਸਲ ਪਾਵਰ ਦਿਖਾਉਂਦੇ ਹਾਂ, ਜਿਮ ਜ਼ਿਆਦਾ ਕਰ ਲੈਂਦੇ ਹਾਂ, ਆਪਣੀ ਬਾਡੀ ਆਰਮਰ ਨੂੰ ਜ਼ਿਆਦਾ ਵੱਡਾ ਕਰ ਲੈਂਦੇ ਹਾਂ, ਅਤੇ ਤਾਂ ਕਿ ਸਾਨੂੰ ਲੋਕ ਜ਼ਿਆਦਾ ਇੱਜ਼ਤ ਦੇਣ, ਲੋਕ ਸਾਡੇ ਕੋਲੋਂ ਡਰਨ, ਕਿਉਂਕਿ ਅਸੀਂ ਆਪਣੇ ਆਪ ਅੰਦਰ ਡਰੇ ਹੋਏ ਹੁੰਦੇ ਹਾਂ, ਆਪਣੀ ਇਨਸਿਕਿਉਰਿਟੀਜ਼ ਦੇ ਨਾਲ ਰੋਜ਼ ਸਵੇਰੇ ਉੱਠ ਕੇ ਲੜਾਈ ਕਰ ਰਹੇ ਹੁੰਦੇ ਹਾਂ ਜਾਂ ਪਲ ਪਲ ਵਿੱਚ ਲੜ ਰਹੇ ਹੁੰਦੇ ਹਾਂ। ਕਈ ਵਾਰੀ ਅਸੀਂ ਐਡਿਕਸ਼ਨਸ ਵਿੱਚ ਪੈ ਜਾਂਦੇ ਹਾਂ ਕਿ ਆਪਣੇ ਉਸ ਡਰ ਨੂੰ, ਕਿਉਂਕਿ ਅਸੀਂ ਇੰਨਾ ਸਪਰੈਸ ਕੀਤਾ ਹੋਇਆ, ਜਿਹੜਾ ਵੀ ਡਰ ਹੈ ਉਸ ਨੂੰ, ਡਰ ਨੂੰ ਕੋਈ ਵੀ ਨਾਂ ਦੇ ਦਿਓ, ਚਾਹੇ ਤੁਸੀਂ ਨਾਂ ਨਾ ਵੀ ਦਿਓ, ਬਟ ਦੈਟ ਫੀਲਿੰਗ ਆਫ ਫੀਅਰ ਇਜ਼ ਦੇਅਰ, ਅਤੇ ਉਸ ਫੀਲਿੰਗ ਨੂੰ ਅਸੀਂ ਸਪਰੈਸ ਕਰ ਦਿੰਦੇ ਹਾਂ। ਫਿਰ ਅਸੀਂ ਐਡਿਕਸ਼ਨਸ ਵੱਲ ਲੰਘ ਜਾਂਦੇ ਹਾਂ, ਜਾਂ ਅਸੀਂ ਸ਼ਾਪਿੰਗ ਜ਼ਿਆਦਾ ਕਰ ਲੈਂਦੇ ਹਾਂ, ਜਾਂ ਅਸੀਂ ਖਾਣਾ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਅਸੀਂ ਉਹ ਜਿਹੜੀ ਫੀਲਿੰਗਸ ਹੈਗੀਆਂ ਡਰ ਦੀਆਂ ਉਹਨੂੰ ਅਸੀਂ ਸਪਰੈਸ ਕਰ ਦਿੰਦੇ ਹਾਂ। ਇਸ ਕਰਕੇ ਕੋਪਿੰਗ ਮੈਕੈਨਿਜ਼ਮ ਤੁਹਾਡਾ ਕੀ ਹੈ ਉਸ ਫੀਅਰ ਦੇ ਬਾਰੇ, ਜੋ ਵੀ ਤੁਹਾਡੇ ਫੀਅਰਸ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਇਸ ਫੀਅਰ ਦਾ ਜਿਹੜਾ ਇੱਕ ਪੋਜ਼ੀਟਿਵ ਸਾਈਡ ਹੈ ਅਤੇ ਨੈਗੇਟਿਵ ਸਾਈਡ ਸੀਗੀ, ਹੁਣ ਇੱਕ ਪੋਜ਼ੀਟਿਵ ਸਾਈਡ ਇਹ ਹੈ ਕਿ ਇਹ ਫੀਅਰ ਸਾਡੇ ਸਰਵਾਈਵਲ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸਾਨੂੰ ਸਭ ਨੂੰ ਪਤਾ ਹੈ ਕਿ ਅਗਰ ਇਹ ਫੀਅਰ ਨਾ ਹੋਏ ਤਾਂ ਅਸੀਂ ਕਿੰਨੇ ਗਲਤ ਸਟੈਪਸ ਲੈ ਸਕਦੇ ਹਾਂ। ਫੋਰ ਐਗਜ਼ਾਮਪਲ ਅਸੀਂ ਪਾਣੀ ਦੇ ਵਿੱਚ ਛਲਾਂਗ ਮਾਰਤੀ, ਸਾਨੂੰ ਪਤਾ ਵੀ ਨਹੀਂ, ਅਸੀਂ ਇਹ ਨਹੀਂ ਜੱਜ ਕੀਤਾ ਕਿ ਪਾਣੀ ਕਿੰਨਾ ਗਹਿਰਾ ਹੈ, ਅਤੇ ਅਸੀਂ ਛਲਾਂਗ ਮਾਰ ਦਿੱਤੀ। ਕਿਉਂਕਿ ਸਾਡੀ ਈਗੋ ਜ਼ਿਆਦਾ ਸੀ, ਅਸੀਂ ਉਸ ਫੀਅਰ ਨੂੰ ਨਹੀਂ ਦੇਖ ਪਾਏ ਜਾਂ ਫੀਅਰ ਅਸੀਂ ਆਉਣ ਨਹੀਂ ਦਿੱਤਾ, ਅਤੇ ਉਸ ਈਗੋ ਹੋਰ ਫੀਅਰ ਦੀ ਲੜਾਈ ਕਰਕੇ ਕਨਫਿਊਜ਼ਨ ਦੇ ਵਿੱਚ ਲੋਕਾਂ ਨੂੰ ਪ੍ਰੂਵ ਕਰਨ ਵਾਸਤੇ ਅਸੀਂ ਉਸ ਪਾਣੀ ਦੇ ਵਿੱਚ ਛਲਾਂਗ ਮਾਰ ਦਿੱਤੀ। ਵੀ ਮੇਡ ਅ ਰੋਂਗ ਜੱਜਮੈਂਟ, ਅਸੀਂ ਰੋਂਗ ਡਿਸੀਜਨ ਲੈ ਲਿੱਤੀ ਬਿਕੋਜ਼ ਸਾਨੂੰ ਫੀਅਰ ਨਹੀਂ ਸੀਗਾ। ਅਤੇ ਜੇ ਫੀਅਰ ਹੁੰਦਾ ਅਤੇ ਅਸੀਂ ਫਿਰ ਉਹ ਡਿਸੀਜਨ ਸੋਚ ਸਮਝ ਕੇ ਲੈਣੀ ਸੀਗੀ, ਜਾਂ ਅਸੀਂ ਲਾਈਫ ਜੈਕਟ ਪਾ ਲੈਣੀ ਸੀ, ਜਾਂ ਅਸੀਂ ਉਸ ਪਾਣੀ ਦੇ ਵਿੱਚ ਜਾਣਾ ਹੀ ਨਹੀਂ ਸੀ, ਜਾਂ ਇੰਨੀ ਗਹਿਰਾਈ ਦੇ ਵਿੱਚ ਨਹੀਂ ਸੀ ਜਾਣਾ। ਸੋ ਉਹ ਫੀਅਰ ਸਾਡੇ ਵਾਸਤੇ ਕੁਝ ਹੱਦ ਤੱਕ ਬਹੁਤ ਜ਼ਿਆਦਾ ਜ਼ਰੂਰੀ ਵੀ ਹੋ ਜਾਂਦਾ ਹੈ। ਇਹ ਹੋ ਗਿਆ ਫੀਅਰ ਦਾ ਹੋਣਾ ਕਿ ਸਾਡੇ ਵਾਸਤੇ ਕਿੰਨਾ ਇਹ ਜ਼ਰੂਰੀ ਹੈਗਾ ਸਾਡੀ ਸਰਵਾਈਵਲ ਵਾਸਤੇ। ਇਹ ਫੀਅਰ ਸਾਨੂੰ ਅਲਰਟ ਵੀ ਬਹੁਤ ਜ਼ਿਆਦਾ ਰੱਖਦਾ ਹੈ ਕਿ ਆਪਣੀ ਆਸ-ਪਾਸ ਦੀ ਸਿਚੁਏਸ਼ਨਸ ਨੂੰ
ਦੇਖਣ ਵਾਸਤੇ ਅਲਰਟ ਰਹਿਣਾ, ਅਲਾਈਵ ਰਹਿਣਾ, ਇਹ ਫੀਅਰ ਸਾਡੇ ਵਾਸਤੇ ਉੱਥੇ ਵੀ ਜ਼ਿਆਦਾ ਜ਼ਰੂਰੀ ਹੈਗਾ। ਇਹ ਫੀਅਰ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਅਸੀਂ ਕਿਸ ਇਨਸਾਨ ਨਾਲ ਕਿਸ ਹੱਦ ਤੱਕ ਜ਼ਿਆਦਾ ਗੱਲਬਾਤ ਕਰਨੀ ਹੈ, ਕਿੰਨੀ ਨਹੀਂ ਕਰਨੀ, ਰਾਈਟ ਡਿਸੀਜਨਸ ਲੈਣੀਆਂ, ਕਿਸ ਤਰੀਕੇ ਨਾਲ ਡਿਸੀਜਨਸ ਲੈਣੀਆਂ, ਕਿੰਨੀਆਂ ਕੁ ਡਿਸੀਜਨਸ ਲੈਣੀਆਂ, ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਸੋ ਇਸ ਫੀਅਰ ਦੇ ਬੈਨੀਫਿਟਸ ਵੀ ਨੇ ਤੇ ਇਸ ਫੀਅਰ ਦੇ ਨੁਕਸਾਨ ਵੀ ਨੇ, ਬਟ ਇਹ ਸਾਨੂੰ ਡਿਸਾਈਡ ਕਰਨਾ ਹੈ ਕਿ ਅਸੀਂ ਕਿਸ ਹੱਦ ਤੱਕ ਔਰ ਕਿੰਨਾ ਕੁ ਬੈਲੈਂਸ ਮੇਨਟੇਨ ਕਰਨਾ ਹੈ, just to know all this and how to overcome these fears, ਚਾਹੇ ਕੋਈ ਵੀ ਫੀਅਰ ਹੋਏ। ਵੈਸੇ ਤਾਂ ਤੁਸੀਂ ਆਪਣੇ ਅਗਰ ਫੀਅਰਸ ਨੂੰ ਆਈਡੈਂਟੀਫਾਈ ਕਰ ਲੈਂਦੇ, ਆਈਡੈਂਟੀਫਾਈ ਕਰਨ ਨਾਲ ਹੀ 50% ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਜਦੋਂ ਅਵੇਅਰ ਹੋ ਗਏ ਆਈਡੈਂਟੀਫਾਈ ਕਰਨ ਤੋਂ ਬਾਅਦ ਕਿ ਇਹ ਤੁਹਾਨੂੰ ਫੀਅਰ ਹੈਗਾ, then there are so many ways to handle it। ਤੁਸੀਂ ਥੈਰੇਪੀ ਲੈ ਸਕਦੇ ਹੋ, ਤੁਸੀਂ ਕਿਸ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਵੱਡੇ ਨਾਲ ਕਿਸ ਨਾਲ ਗੱਲਬਾਤ ਕਰ ਸਕਦੇ ਹੋ, ਕਿਸੇ ਦੋਸਤ ਮਿੱਤਰ ਨਾਲ ਗੱਲਬਾਤ ਕਰ ਸਕਦੇ ਹੋ, YouTube ਕਰ ਸਕਦੇ ਹੋ, ਗੂਗਲ ਕਰ ਸਕਦੇ ਹੋ, ਉਸ ਫੀਅਰ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਜਦੋਂ ਤੁਹਾਨੂੰ ਜਾਣਕਾਰੀ ਆ ਗਈ, ਨੌਲੇਜ ਆ ਗਈ, ਤੁਹਾਡੀਆਂ ਪ੍ਰੋਬਲਮਸ ਆਪਣੇ ਆਪ ਹੀ ਕਾਫੀ ਹੱਦ ਤੱਕ ਸੋਲਵ ਹੋ ਜਾਂਦੀ ਆ। ਜੇ ਉਸ ਤੋਂ ਬਾਅਦ ਵੀ ਸੋਲਵ ਨਾ ਹੋਣ ਫਿਰ ਤੁਸੀਂ ਥੈਰੇਪੀਜ਼ ਲੈ ਸਕਦੇ ਹੋ, ਕਾਉਂਸਲਿੰਗ ਲੈ ਸਕਦੇ ਹੋ, ਸੈਲਫ ਹੈਲਪ ਬੁੱਕਸ ਨੇ, ਬਹੁਤ ਸਾਰੇ ਤਰੀਕੇ ਨੇ। ਦੈਟ ਇਜ਼ ਦ ਗੁੱਡ ਨਿਊਜ਼, ਕਿਉਂਕਿ ਇਹ ਸੋਚ ਹੈ ਇੱਕ, ਤੇ ਇਸ ਸੋਚ ਨੂੰ ਅਸੀਂ ਅਗਰ ਸੋਚ ਕੇ ਅਸੀਂ ਡਰ ਵਾਲੇ ਮਾਹੌਲ 'ਚ ਪਹੁੰਚੇ ਹਾਂ ਤੇ ਉਹੀ ਸੋਚ ਨੂੰ ਅਸੀਂ ਯੂਜ਼ ਕਰਕੇ ਡਰ ਵਾਲੇ ਮਾਹੌਲ 'ਚੋਂ ਅਸੀਂ ਬਾਹਰ ਵੀ ਆ ਸਕਦੇ ਹਾਂ। ਸੋ ਇਟਸ ਆਲ ਅਬਾਊਟ ਯੋਰ ਇਮੈਜੀਨੇਸ਼ਨ। ਸੋ ਕਿੰਨਾ ਕੁ ਇਮੈਜਿਨ ਕਰਨਾ, ਇਟਸ ਯੋਰ ਚੋਇਸ। ਸੋ ਮੇਕ ਗੁੱਡ ਚੋਇਸਿਸ। ਅੱਜ ਵਾਸਤੇ ਬਸ ਇੰਨਾ